हेलो एवरीवन, दिस इज नवदीप सिंह फ्रॉम वाई बायल्स। ਅੱਜ ਦੀ ਵੀਡੀਓ ਰਾਈਟਿੰਗ ਦੇ ਆਇਲਸ ਦੇ ਟਾਸਕ 2 ਬਾਰੇ। ਅੱਜ ਦੀ ਵੀਡੀਓ 'ਚ ਆਪਾਂ ਦੇਖਾਂਗੇ ਕਿ ਕਿਸ ਤਰੀਕੇ ਨਾਲ ਆਪਾਂ ਵਧੀਆ ਪਲੈਨਿੰਗ ਤੇ ਵਧੀਆ ਸਟਰਕਚਰ ਨਾਲ ਆਪਣੇ 7+ ਬੈਂਡ ਅਚੀਵ ਕਰ ਸਕਦੇ ਹਾਂ। ਚਲੋ ਦੇਖਦੇ ਹਾਂ ਵੀਡੀਓ ਵਿੱਚ। ਸੋ ਸੈਂਪਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੁਬਾਰਾ ਸਟਰਕਚਰ ਦਾ ਇੱਕ ਓਵਰਵਿਊ ਦੇ ਦੇਣਾ ਚਾਹੁੰਦਾ। ਸਾਰਿਆਂ ਨਾਲੋਂ ਪਹਿਲਾਂ ਇੰਟਰੋ ਦੇ ਵਿੱਚ ਆਪਾਂ ਕੀ ਲਿਖਣੀ ਹੈ? ਪੈਰਾਫਰੇਜ਼ਿੰਗ ਪਲੱਸ ਥੀਸਿਸ ਸਟੇਟਮੈਂਟ। ਪੈਰਾਫਰੇਜ਼ਿੰਗ ਮਤਲਬ ਜੋ ਵੀ ਆਪਣਾ ਟੌਪਿਕ ਹੋਊਗਾ ਉਹਨੂੰ ਆਪਣੀ ਵਰਡਿੰਗ ਦੇ ਵਿੱਚ ਕੁਝ ਸਿਨੋਨੀਮਸ ਪਾ ਕੇ ਉਹਨੂੰ ਲਿਖਣਾ। ਤੇ ਦੂਸਰੀ ਥੀਸਿਸ ਸਟੇਟਮੈਂਟ। ਥੀਸਿਸ ਸਟੇਟਮੈਂਟ ਮਤਲਬ ਜੋ ਆਪਾਂ ਅੱਗੇ ਬੀਪੀ ਦੇ ਵਿੱਚ ਦੱਸਣ ਜਾ ਰਹੇ ਹਾਂ ਉਹਦਾ ਇੱਕ ਛੋਟਾ ਜਿਹਾ ਓਵਰਵਿਊ ਜਾ, ਜਿਵੇਂ ਕਿ ਜੋ ਆਪਣਾ ਪਹਿਲਾ ਆਈਡੀਆ ਹੋਊਗਾ ਤੇ ਦੂਸਰਾ ਆਈਡੀਆ ਹੋਊਗਾ। ਮਤਲਬ ਐਗਜ਼ਾਮੀਨਰ ਨੂੰ ਐਕਸਪਲੇਨ ਕਰ ਦੋ ਵੀ ਅਸੀਂ ਅਗਲੇ ਬੀਪੀ ਦੇ ਵਿੱਚ ਆ ਦੱਸਣ ਜਾ ਰਹੇ ਹਾਂ। ਤੇ ਬੀਪੀ ਦੇ ਵਿੱਚ ਆਪਾਂ ਟਾਸਕ ਸਟੇਟਮੈਂਟ ਮਤਲਬ ਆਪਣਾ ਇੱਕ ਆਈਡੀਆ ਜੋ ਵੀ ਹੋਊਗਾ, ਆਈਡੀਆ ਨੂੰ ਟਾਸਕ ਸਟੇਟਮੈਂਟ ਕਹਿੰਦੇ ਨੇ। ਟਾਸਕ ਸਟੇਟਮੈਂਟ ਫਸਟ, ਉਹਦੀ ਐਕਸਪਲੇਨੇਸ਼ਨ, ਉਹਦਾ ਐਗਜ਼ਾਮਪਲ ਤੇ ਉਹਦਾ ਕੀ ਰਿਜ਼ਲਟ ਤੇ ਕੀ ਇਫੈਕਟ ਆ। ਸੋ ਠੀਕ ਹੈ, ਇੰਟਰੋ ਦੇ ਵਿੱਚ ਪੈਰਾਫਰੇਜ਼ਿੰਗ ਤੇ ਥੀਸਿਸ ਸਟੇਟਮੈਂਟ, ਬੀਪੀ ਦੇ ਵਿੱਚ ਟਾਸਕ ਸਟੇਟਮੈਂਟ, ਉਹਦੀ ਐਕਸਪਲੇਨੇਸ਼ਨ, ਐਗਜ਼ਾਮਪਲ ਤੇ ਉਹਦਾ ਰਿਜ਼ਲਟ। ਚਲੋ ਹੁਣ ਆਪਾਂ ਆਪਣੇ ਸੈਂਪਲ ਵੱਲ ਮੂਵ ਕਰਦੇ ਹਾਂ। ਸੋ ਗਾਇਜ਼ ਆਪਣਾ ਅੱਜ ਦਾ ਟੌਪਿਕ ਆ ਵੀ ਦੇਖੋ, ਅੱਜ ਦਾ ਟੌਪਿਕ ਆ ਪ੍ਰੋਬਲਮ ਸੋਲਿਊਸ਼ਨ ਐਸੇ। ਵੀ ਕਿਸ ਚੀਜ਼ ਦੀਆਂ, ਕੋਈ ਚੀਜ਼ ਦੀਆਂ ਕੀ ਪ੍ਰੋਬਲਮਸ ਨੇ ਤੇ ਉਹਨੂੰ ਆਪਾਂ ਕਿਵੇਂ ਸੋਲਵ ਆਊਟ ਕਰ ਸਕਦੇ ਹਾਂ। ਪਹਿਲਾਂ ਆਪਾਂ ਆਪਣਾ ਟੌਪਿਕ ਪੜ੍ਹਦੇ ਹਾਂ। ਅੱਛੇ ਤਰੀਕੇ ਨਾਲ ਟੌਪਿਕ ਪੜ੍ਹਨਾ, 5 ਮਿੰਟ ਲਾ ਸਕਦੇ ਹੋ ਤੁਸੀਂ ਪੂਰੀ ਪਲੈਨਿੰਗ ਤੇ ਟੌਪਿਕ ਪੜ੍ਹ ਕੇ ਵੀ ਮੈਂ ਕੀ ਲਿਖਣਾ ਕੀ ਨਹੀਂ। ਪਹਿਲਾਂ ਆਪਾਂ ਟੌਪਿਕ ਪੜ੍ਹਨੇ, ਫਿਰ ਦੇਖਦੇ ਹਾਂ ਕਿਵੇਂ ਪਲਾਨ ਕਰਨਾ। ਦੇਖੋ, ਦ ਨੈਚੁਰਲ ਰਿਸੋਰਸਿਸ ਸਚ ਐਜ਼ ਓਇਲ ਐਂਡ ਫੋਰੈਸਟ। ਕਿਹੜੇ ਕਿਹੜੇ ਨੈਚੁਰਲ ਰਿਸੋਰਸਿਸ? ਓਇਲ ਤੇ ਫੋਰੈਸਟ ਆਰ ਬੀਇੰਗ ਕੰਜ਼ਿਊਮਡ ਐਟ ਅਲਾਰਮਿੰਗ ਰੇਟ। ਮਤਲਬ ਬੀਇੰਗ ਕੰਜ਼ਿਊਮਡ ਮਤਲਬ ਯੂਜ਼ ਕੀਤੇ ਜਾ ਰਹੇ ਆ। ਐਟ ਅਲਾਰਮਿੰਗ ਰੇਟ ਮਤਲਬ ਬਹੁਤ ਜ਼ਿਆਦਾ ਹੱਦ ਤੱਕ, ਮਤਲਬ ਹੱਦ ਤੋਂ ਵੱਧ ਯੂਜ਼ ਕਰ ਰਹੇ ਆ। ਨੈਚੁਰਲ ਰਿਸੋਰਸਿਸ ਮਤਲਬ ਜਿਹੜੇ ਨੇਚਰ ਤੋਂ ਆਏ ਆ। ਨੇਚਰ ਤੋਂ ਕਿਹੜੇ ਕਿਹੜੇ? ਓਇਲ ਤੇ ਫੋਰੈਸਟ। ਇਹ ਦੋ ਜਿਹੜੇ ਨੈਚੁਰਲ ਰਿਸੋਰਸਿਸ ਨੇ, ਲੋਕੀ ਉਹਨਾਂ ਨੂੰ ਅੱਜ ਕੱਲ੍ਹ ਹੱਦ ਤੋਂ ਜ਼ਿਆਦਾ ਯੂਜ਼ ਕਰ ਰਹੇ ਨੇ। ਆਪਾਂ ਦੇਖਦੇ ਹੀ ਹਾਂ ਓਇਲ ਭਾਵੇਂ ਪੈਟਰੋਲ ਡੀਜ਼ਲ ਆ, ਬਹੁਤ ਜ਼ਿਆਦਾ ਯੂਜ਼ ਹੋ ਰਿਹਾ, ਓਵਰ ਕੰਜ਼ਪਸ਼ਨ ਹੋ ਰਹੀ ਉਹਦੀ। ਤੇ ਫੋਰੈਸਟ ਆ, ਉਹਨਾਂ ਨੂੰ ਲੋਕੀ ਆਪਣੇ ਲਗਜ਼ੂਰੀਅਸ ਲਾਈਫ ਸਟਾਈਲ ਵਾਸਤੇ, ਆਪਾਂ ਦੇਖਦੇ ਹਾਂ ਵੁਡਨ ਦਾ ਵਰਕ ਕਿੰਨਾ ਅੱਜ ਕੱਲ੍ਹ ਵੱਧ ਰਿਹਾ ਤੇ ਉਹਨਾਂ ਨੂੰ ਲੋਕੀ ਬਹੁਤ ਜ਼ਿਆਦਾ ਅਲਾਰਮਿੰਗ ਰੇਟ ਤੇ, ਜਿਵੇਂ ਉਹਨਾਂ ਨੇ ਕਿਹਾ, ਯੂਜ਼ ਕਰ ਰਹੇ ਨੇ। ਵਟ ਪ੍ਰੋਬਲਮਸ ਡਜ਼ ਇਟ ਕਾਜ਼? ਕਿਹੜੀਆਂ ਪ੍ਰੋਬਲਮਸ ਨੇ? ਪ੍ਰੋਬਲਮਸ ਐਸ ਲੱਗਿਆ ਪਿੱਛੇ। ਸੋ ਅਗਰ ਦੋ ਪ੍ਰੋਬਲਮਸ ਲਿਖਣੀਆਂ ਪੈਣਗੀਆਂ, ਜਿਵੇਂ ਮੰਨ ਲਓ ਇੱਕ ਓਇਲ ਦੀ ਲਿਖਤੀ, ਇੱਕ ਫੋਰੈਸਟ ਦੀ ਲਿਖਤੀ। ਤੇ ਹਾਊ ਕੈਨ ਵੀ ਸੋਲਵ ਦਿਸ ਪ੍ਰੋਬਲਮਸ? ਤੇ ਆਪਾਂ ਇਹਨੂੰ ਕਿਵੇਂ ਸੋਲਵ ਆਊਟ ਕਰ ਸਕਦੇ ਹਾਂ? ਪ੍ਰੋਬਲਮਸ ਕੀ ਨੇ ਤੇ ਉਹਨੂੰ ਕਿਵੇਂ ਆਪਾਂ ਸੋਲਵ ਆਊਟ ਕਰ ਸਕਦੇ ਹਾਂ। ਠੀਕ ਹੈ ਜੀ। ਹੁਣ ਮਾਈਂਡ ਦੇ ਵਿੱਚ ਇਹ ਗੱਲ ਜ਼ਰੂਰ ਯਾਦ ਰੱਖਿਓ, ਓਇਲ ਤੇ ਫੋਰੈਸਟ ਦੋਨਾਂ ਦੀ ਗੱਲ ਹੋਈ ਆ। ਆਪਾਂ ਨੂੰ ਦੋਨਾਂ ਬਾਰੇ ਲਿਖਣਾ ਪੈਣਾ। ਐਵੇਂ ਨਹੀਂ ਹੋ ਸਕਦਾ ਵੀ ਤੁਸੀਂ ਇਕੱਲਾ ਓਇਲ ਬਾਰੇ ਲਿਖ ਕੇ ਆ ਜਾਓ ਜਾਂ ਇਕੱਲਾ ਫੋਰੈਸਟ ਬਾਰੇ ਲਿਖ ਕੇ ਆ ਜਾਓ। ਇੱਕ ਆਈਡੀਆ ਓਇਲ ਦਾ ਦੇਣਾ ਪੈਣਾ, ਇੱਕ ਦੇਣਾ ਪੈਣਾ ਫੋਰੈਸਟ ਦਾ। ਵੀ ਇੱਕ ਓਇਲ ਨਾਲ ਕੀ ਪ੍ਰੋਬਲਮ ਹੁੰਦੀ ਆ ਤੇ ਫੋਰੈਸਟ ਨਾਲ ਕੀ ਪ੍ਰੋਬਲਮ ਹੁੰਦੀ ਆ ਤੇ ਉਹਨਾਂ ਨੂੰ ਕਿਵੇਂ ਸੋਲਵ ਆਊਟ ਕਰ ਸਕਦੇ ਆ। ਉਹ ਅੱਡ ਬੀਪੀ ਮਤਲਬ ਇੱਕ ਬੀਪੀ ਦੇ ਵਿੱਚ ਆਪਾਂ ਉਹਦੀ ਪ੍ਰੋਬਲਮਸ ਲਿਖਾਂਗੇ ਤੇ ਸੈਕਿੰਡ ਬੀਪੀ ਦੇ ਵਿੱਚ ਆਪਾਂ ਲਿਖਾਂਗੇ ਉਹਦੇ ਸੋਲਿਊਸ਼ਨਸ। ਠੀਕ ਆ। ਟੌਪਿਕ ਪਹਿਲੇ ਚੰਗੀ ਤਰ੍ਹਾਂ ਸਮਝ ਲੱਗ ਗਿਆ ਨਾ ਵੀ ਮਤਲਬ ਕਿਹੜੇ ਤਰੀਕੇ, ਕਿਹੜੇ ਕਿਹੜੇ ਜਿਹੜੇ ਨੈਚੁਰਲ ਰਿਸੋਰਸਿਸ ਨੇ ਓਇਲ ਤੇ ਫੋਰੈਸਟ, ਉਹ ਅੱਜ ਕੱਲ੍ਹ ਬਹੁਤ ਜ਼ਿਆਦਾ ਹੱਦ ਤੋਂ ਜ਼ਿਆਦਾ ਯੂਜ਼ ਕੀਤੇ ਜਾ ਰਹੇ ਨੇ, ਓਵਰ ਕੰਜ਼ਿਊਮਡ ਹੋ ਰਹੇ ਨੇ, ਓਵਰ ਯੂਜ਼ਡ ਹੋ ਰਹੇ ਨੇ। ਇਹਦੇ ਨਾਲ ਕੀ ਪ੍ਰੋਬਲਮਸ ਆਉਣਗੀਆਂ ਤੇ ਆਉਂਦੀਆਂ ਨੇ, ਜਾਂ ਇਹਨੂੰ ਆਪਾਂ ਕਿਵੇਂ ਸੋਲਵ ਆਊਟ ਕਰ ਸਕਦੇ ਹਾਂ। ਇੰਟਰੋ 'ਚ ਦੇਖੋ, ਸਾਰਿਆਂ ਨਾਲੋਂ ਪਹਿਲਾਂ ਆਪਾਂ ਕਿਹਾ ਸੀ ਵੀ ਸਾਰਿਆਂ ਨਾਲੋਂ ਪਹਿਲਾਂ ਆਪਾਂ ਇੰਟਰੋ ਦੇ ਵਿੱਚ ਕਰਨੀ ਆ ਪੈਰਾਫਰੇਜ਼ਿੰਗ। ਪੈਰਾਫਰੇਜ਼ਿੰਗ ਮਤਲਬ ਟੌਪਿਕ ਨੂੰ ਆਪਾਂ ਆਪਣੀ ਵਰਡਿੰਗ ਦੇ ਵਿੱਚ ਲਿਖਣਾ। ਠੀਕ ਆ। ਮੈਂ ਸਟਾਰਟਿੰਗ ਲਈ ਯੂਜ਼ ਕੀਤਾ ਵਾ ਕਨੈਕਟਰ, ਜਾਂ ਜੋ ਵੀ ਆਪਾਂ ਕਹਿ ਸਕਦੇ ਇਹਨੂੰ। ਨੋ ਵਨ ਕੈਨ ਡਿਨਾਈ ਦਾ ਫੈਕਟ। ਵੀ ਇਹ ਇੱਕ ਫੈਕਟ ਆ, ਇਹ ਮਤਲਬ ਇੱਕ ਸੱਚ ਆ, ਤੱਥ ਆ ਵੀ ਨੋ ਵਨ ਕੈਨ ਡਿਨਾਈ ਦਾ ਫੈਕਟ। ਇਹਨੂੰ ਕੋਈ ਵੀ ਨਜ਼ਰ ਅੰਦਾਜ਼ ਜਾਂ ਨਾ ਨਹੀਂ ਕਰ ਸਕਦਾ। ਡੈਟ ਸਮ ਆਫ ਐਗਜ਼ੌਸਟਿਬਲ। ਮੈਂ ਨੈਚੁਰਲ ਰਿਸੋਰਸਿਸ ਥਾਂ ਤੇ ਲਿਖਤਾ ਐਗਜ਼ੌਸਟਿਬਲ। ਐਗਜ਼ੌਸਟਿਬਲ ਹੁੰਦੇ ਜਿਹੜੇ ਬਰਨ ਹੁੰਦੇ ਆ। ਓਇਲ ਵੀ ਬਰਨ ਹੁੰਦਾ, ਫੋਰੈਸਟ ਮਤਲਬ ਵੁੱਡ ਵੀ ਬਰਨ ਹੁੰਦੀ ਆ। ਐਗਜ਼ੌਸਟਿਬਲ ਆਰ ਬੀਇੰਗ ਓਵਰ ਯੂਟੀਲਾਈਜ਼ਡ। ਉਹਨਾਂ ਨੇ ਲਿਖਿਆ ਸੀ ਕੰਜ਼ਿਊਮਡ ਐਟ ਅਲਾਰਮਿੰਗ ਰੇਟ। ਉਹਨੂੰ ਮੈਂ ਲਿਖਤਾ ਕੰਜ਼ਿਊਮਡ ਐਟ ਨੂੰ ਲਿਖਤਾ ਓਵਰ ਯੂਟੀਲਾਈਜ਼। ਓਵਰ ਯੂਟੀਲਾਈਜ਼ ਨੂੰ ਤੁਸੀਂ ਓਵਰ ਯੂਜ਼ਡ ਵੀ ਕਹਿ ਸਕਦੇ ਹੋ। ਠੀਕ ਆ। ਬਾਏ ਹਿਊਮਨਸ। ਉਹਦੇ ਨਾਲ ਵੀ ਮਤਲਬ ਇਸ ਚੀਜ਼ ਨੂੰ ਕੋਈ ਵੀ ਨਜ਼ਰ ਅੰਦਾਜ਼ ਜਾਂ ਇਹਨੂੰ ਡਿਨਾਈ ਨਹੀਂ ਕਰ ਸਕਦਾ ਵੀ ਜਿਹੜੇ ਕੁਛ ਐਗਜ਼ੌਸਟਿਬਲਸ ਨੇ ਉਹ ਅੱਜ ਕੱਲ੍ਹ ਓਵਰ ਯੂਟੀਲਾਈਜ਼ ਕਰੇ ਜਾ ਰਹੇ ਨੇ। ਕਿਹਨਾਂ ਦੁਆਰਾ? ਹਿਊਮਨਸ ਦੁਆਰਾ। ਡਿਊ ਟੂ ਵਿਚ ਥੀਜ਼ ਰਿਸੋਰਸਿਸ ਆਰ ਔਨ
वर्ज ऑफ एक्सटिंक्शन। वर्ज ऑफ एक्सटिंक्शन बहुत ही वधिया वर्ड आ, जिवें कि कोई भी प्रजातियां एनीमल्स ते प्लांट्स ते आ जाऊगा, उत्थे भी आप लिख सकते हैं भी वो प्लांट्स दी प्रजातियां वर्ज ऑफ एक्सटिंक्शन ते पहुंच गई, मतलब दीज रिसोर्सिज आर रीच ऑन देयर वर्ज ऑफ एक्सटिंक्शन। भी मतलब ये ਜਿਹੜੇ ਨੈਚੁਰਲ ਰਿਸੋਰਸਿਸ ਨੇ ਆਪਾਂ ਜਿਹਨੂੰ ਐਗਜ਼ੌਸਟਿਬਲਸ ਕਿਹਾ, ਉਹ ਮਤਲਬ ਹਿਊਮਨਸ ਦੁਆਰਾ ਬਹੁਤ ਓਵਰ ਯੂਟੀਲਾਈਜ਼ ਹੋ ਰਿਹਾ, ਜਿਹਦੇ ਨਾਲ ਕੀ ਹੋਇਆ ਡਿਊ ਟੂ ਵਿਚ ਥੀਸ ਰਿਸੋਰਸਿਸ ਆਰ ਔਨ ਵਰਜ ਆਫ ਐਕਸਟਿੰਕਸ਼ਨ। ਇਹ ਆਪਦੀ ਖਤਮ ਹੋਣ ਦੀ ਕਗਾਰ ਤੇ ਪਹੁੰਚ ਗਿਆ। ਆਪਾਂ ਮਤਲਬ ਉਹੀ ਗੱਲ ਦਾ ਮਤਲਬ ਸੇਮ ਹੀ ਨਿਕਲਦਾ ਪਿਆ। ਉਹਨਾਂ ਨੇ ਲਿਖਿਆ ਦਿਨ ਵੀ ਨੈਚੁਰਲ ਰਿਸੋਰਸਿਸ ਸਚ ਐਜ਼ oil and forest are being consumed at alarming rate। ਹੱਦ ਤੋਂ ਜ਼ਿਆਦਾ ਯੂਜ਼ ਕੀਤੇ ਜਾ ਰਹੇ। ਆਪਾਂ ਵੀ ਆ ਲਿਖਤਾ ਵੀ ਇਹ ਓਵਰ ਯੂਟੀਲਾਈਜ਼ ਹੋ ਰਹੇ ਆ, ਕਿੱਥੋਂ ਤੱਕ, ਇਹਨਾਂ ਦੀ ਵਰਜ ਆਫ ਐਕਸਟਿੰਕਸ਼ਨ ਤੱਕ, ਠੀਕ ਹੈ, ਉੱਥੋਂ ਤੱਕ ਇਹ ਓਵਰ ਯੂਟੀਲਾਈਜ਼ਡ ਹੋ ਰਹੇ ਨੇ। ਤੇ ਆਪਾਂ ਅੱਗੇ ਲਿਖਤਾ ਨੋ ਵਨ ਕੈਨ ਡਿਨਾਈ ਦਾ ਫੈਕਟ। ਤੁਸੀਂ ਕੁਛ ਵੀ ਲਿਖ ਸਕਦੇ ਹੋ, ਇਟ ਇਜ਼ ਬਲੀਵਡ ਡੈਟ ਜਾਂ ਕੁਛ ਵੀ ਲਿਖ ਸਕਦੇ ਹੋ, ਐਵੇਂ ਦੇ ਵਰਡ ਯੂਜ਼ ਕਰਿਆ ਕਰੋ। ਜਨਰਲ ਲਾਈਨ ਲਿਖ ਸਕਦੇ ਹੋ, ਆਪਦੀ ਕਰਾਉਣ ਦਾ ਤਰੀਕਾ ਵਾ, ਪਰ ਮੈਂ ਇਹ ਚੀਜ਼ ਯੂਜ਼ ਕੀਤੀ ਹੈ, ਠੀਕ ਹੈ ਜੀ। ਆਪਾਂ ਪੈਰਾਫਰੇਸਿੰਗ ਕਰਤੀ। ਹੁਣ ਦੂਸਰੀ ਗੱਲ ਆਊਗੀ ਇੰਟਰੋ ਦੇ ਵਿੱਚ, ਦੂਸਰੀ ਕੀ ਸੀ, ਥੀਸਿਸ ਸਟੇਟਮੈਂਟ। ਥੀਸਿਸ ਸਟੇਟਮੈਂਟ 'ਚ ਦੇਖੋ ਆਪਾਂ ਇਹ ਕਲੀਅਰ ਕਰਨਾ ਵਾ ਆਪਾਂ ਬੀਪੀ ਦੇ ਵਿੱਚ ਕੀ ਲਿਖਣ ਜਾ ਰਹੇ ਹਾਂ। ਦੇਖੋ ਮੈਂ ਕੀ ਲਿਖਣ ਜਾ ਰਿਹਾ, ਮੈਂ ਤੁਹਾਨੂੰ ਦੱਸਦਾ। ਦਿਸ ਐਸੇ ਵਿਲ ਐਕਸਪਲੀਕੇਟ ਮਤਲਬ ਐਕਸਪਲੇਨ, ਜਾਂ ਇਲਸਟ੍ਰੇਟ ਵੀ ਜਿਵੇਂ ਲਿਖਦੇ ਟਾਸਕ 1 ਦੇ ਵਿੱਚ ਆਪਾਂ ਲਿਖਤਾ ਐਕਸਪਲੀਕੇਟ ਦਾ ਮੇਜਰ ਕੌਨਸੀਕੁਐਂਸਿਸ, ਮਤਲਬ ਜਿਹੜੇ ਮੇਨ ਰਿਜ਼ਲਟ ਨੇ, ਰਿਜ਼ਲਟ ਨੂੰ ਕੀ ਕਹਿੰਦੇ ਆ, ਕੌਨਸੀਕੁਐਂਸਿਸ ਆਫ ਦਿਸ ਕਿਹੜੇ ਨੇ, ਸਚ ਐਜ਼ ਕਲਾਈਮੇਟ ਚੇਂਜ। ਹੁਣ ਇੱਥੇ ਮੇਨ ਗੱਲ ਨੋਟ ਕਰਨ ਵਾਲੀ ਇਹ ਵਾ ਵੀ ਜੇ ਓਇਲ ਯੂਟੀਲਾਈਜ਼ ਹੋਊਗਾ ਜ਼ਿਆਦਾ, ਉਹਦੇ ਨਾਲ ਕੀ ਹੋਊਗਾ, ਕਲਾਈਮੇਟ ਚੇਂਜ ਹੋਊਗਾ। ਕਲਾਈਮੇਟ ਚੇਂਜ ਕਿਉਂ ਹੋਊਗਾ, ਪੋਲਿਊਸ਼ਨ ਕਰਕੇ, ਠੀਕ ਆ। ਓਇਲ ਦਾ ਤਾਂ ਮੈਂ ਲਿਖਤਾ ਕਲਾਈਮੇਟ ਚੇਂਜ ਹੁੰਦਾ। ਦੂਸਰਾ ਕੀ ਰਹਿ ਗਿਆ, ਫੋਰੈਸਟ ਜੇ ਜ਼ਿਆਦਾ ਯੂਟੀਲਾਈਜ਼ ਹੋਣਗੇ ਜਾਂ ਫੋਰੈਸਟ ਜੇ ਖਤਮ ਹੋ ਜਾਣਗੇ ਤਾਂ ਕੀ ਹੋਊਗਾ, ਐਕਸਟਿੰਕਸ਼ਨ ਆਫ ਇੰਪੋਰਟੈਂਟ ਸਪੀਸੀਜ਼, ਮਤਲਬ ਪਲਾਂਟਸ ਤੇ ਐਨੀਮਲ ਦੀਆਂ ਕੁਛ ਜਿਹੜੀਆਂ ਇੰਪੋਰਟੈਂਟ ਸਪੀਸੀਜ਼, ਕੁਛ ਪ੍ਰਜਾਤੀਆਂ ਹੋਣਗੀਆਂ, ਉਹ ਖਤਮ ਹੋ ਜਾਣਗੀਆਂ। ਗੱਲ ਦੀ ਸਮਝ ਲੱਗੀ। ਓਇਲ ਦਾ ਮੈਂ ਲਿਖਤਾ, ਓਇਲ ਜ਼ਿਆਦਾ ਯੂਜ਼ ਹੋਊਗਾ ਤੇ ਕਲਾਈਮੇਟ ਚੇਂਜ ਹੋਊਗਾ। ਜੇ ਫੋਰੈਸਟ ਨੂੰ ਆਪਾਂ ਖਤਮ ਕਰਾਂਗੇ ਤਾਂ ਉਹਦੇ ਨਾਲ ਇੰਪੋਰਟੈਂਟ ਸਪੀਸੀਜ਼, ਪਲਾਂਟਸ ਜਾਂ ਐਨੀਮਲ ਦੀਆਂ, ਉਹ ਖਤਮ ਹੋ ਜਾਣਗੀਆਂ। ਓਕੇ, ਇੰਟਰੋ ਕਲੀਅਰ ਹੋ ਗਈ। ਇੰਟਰੋ ਤੋਂ ਹੁਣ ਐਗਜ਼ਾਮੀਨਰ ਨੂੰ ਇੰਨਾ ਕਲੀਅਰ ਹੋ ਜਾਊਗਾ, ਮੈਂ ਇੱਕ ਤਾਂ ਕਲਾਈਮੇਟ ਚੇਂਜ ਦੀ ਗੱਲ ਕਰੂੰਗਾ, ਦੂਸਰਾ ਮੈਂ ਗੱਲ ਕਰੂੰਗਾ ਪ੍ਰੋਬਲਮਸ ਦੇ ਵਿੱਚ ਇਹਦੀ ਜਿਹੜੀ ਪਲਾਂਟਸ ਤੇ ਐਨੀਮਲ ਦੀਆਂ ਪ੍ਰਜਾਤੀਆਂ ਜਾਂ ਸਪੀਸੀਜ਼ ਨੇ ਜੋ ਐਕਸਟਿੰਕਟ ਹੋ ਰਹੀਆਂ ਨੇ, ਇਹਦੀਆਂ ਪ੍ਰੋਬਲਮਸ ਆ ਗਈਆਂ, ਤੇ ਸੋਲੂਸ਼ਨ ਦਾ ਆਪਾਂ ਅੱਡ ਬੀਪੀ ਬਣਾਵਾਂਗੇ। ਮੈਂ ਤੁਹਾਨੂੰ ਕਨਕਲੂਜਨ ਬਹੁਤ ਅੱਛੇ ਤਰੀਕੇ ਨਾਲ ਦੱਸੂਗਾ, ਤੁਸੀਂ ਵੀਡੀਓ ਦੇ ਐਂਡ ਤੱਕ ਰਹੋ, ਕਿਉਂਕਿ ਕਨਕਲੂਜਨ ਬਹੁਤ ਬੱਚੇ ਧਿਆਨ ਨਹੀਂ ਦਿੰਦੇ ਅੱਛੇ ਤਰੀਕੇ ਨਾਲ। ਸੋ ਵੀਡੀਓ ਨਾਲ ਜੁੜੇ ਰਹੋ, ਐਂਡ ਤੱਕ ਦੇਖਿਓ। ਹੁਣ ਆਪਾਂ BP1 ਦੀ ਗੱਲ ਕਰਦੇ ਹਾਂ। ਇੰਟਰੋ ਦੇ ਵਿੱਚ ਪੈਰਾਫਰੇਜ਼ਿੰਗ ਤੇ ਥੀਸਿਸ ਸਟੇਟਮੈਂਟ ਮੈਂ ਦੱਸਤੀ। ਥੀਸਿਸ ਸਟੇਟਮੈਂਟ 'ਚ ਮੈਂ ਇਹ ਦੱਸਤਾ ਵੀ ਇੱਕ ਤਾਂ ਪ੍ਰੋਬਲਮ ਹੁੰਦੀ ਹੈ ਕਲਾਈਮੇਟ ਚੇਂਜ ਦੀ, ਤੇ ਦੂਸਰੀ ਹੁੰਦੀ ਆ ਐਕਸਟਿੰਕਸ਼ਨ ਆਫ ਇੰਪੋਰਟੈਂਟ ਸਪੀਸੀਜ਼। ਹੁਣ ਦੂਸਰਾ ਆਪਾਂ ਪਹੁੰਚਦੇ ਹਾਂ BP ਤੇ। BP1 ਸਾਰਿਆਂ ਨਾਲ ਪਹਿਲਾਂ BP1 ਜਾਂ ਬੋਡੀ ਪੈਰਾਗ੍ਰਾਫ ਦਾ ਸਟਰਕਚਰ ਹੁੰਦਾ ਟਾਸਕ ਸਟੇਟਮੈਂਟ, ਉਹਦੀ ਐਕਸਪਲੇਨੇਸ਼ਨ, ਉਹਦਾ ਐਗਜ਼ਾਮਪਲ ਜਾਂ ਫਿਰ ਰਿਜ਼ਲਟ, ਤੇ ਆਪਾਂ ਉਸੇ ਹੀ ਪੈਟਰਨ ਨੂੰ ਲੈ ਕੇ ਹੁਣ ਕਰਾਂਗੇ। ਸਾਰਿਆਂ ਨਾਲ ਪਹਿਲਾਂ ਟਾਸਕ ਸਟੇਟਮੈਂਟ ਮੈਂ ਦੱਸੀ ਸੀ ਓਇਲ ਵਾਲੇ ਦੀ, ਕਲਾਈਮੇਟ ਚੇਂਜ ਹੁੰਦਾ, ਉਹਨੂੰ ਆਪਾਂ ਘੁਮਾ ਕੇ ਲਿਖਾਂਗੇ ਟੂ ਬਿਗਨ ਵਿਦ, ਠੀਕ ਹੈ। ਟੂ ਬਿਗਨ ਵਿਦ ਇਹ ਕਨੈਕਟਰਸ ਹੁੰਦੇ ਨੇ, ਇਹ ਤੁਸੀਂ ਲਾਉਣੇ ਹੀ ਲਾਉਣੇ ਨੇ, ਤੇ ਕਨੈਕਟਰ ਤੋਂ ਬਾਅਦ ਹਮੇਸ਼ਾ ਕੋਮਾ ਆਉਂਦਾ, ਸੋ ਯੂਜ਼ ਪੰਚੁਏਸ਼ਨ, ਨੋਟ ਕਰ ਲਿਓ। One of the biggest problem which can arise from overconsumption of natural resources is changing climate pattern। ਉੱਥੇ ਮੈਂ ਲਿਖਤਾ ਕਲਾਈਮੇਟ ਚੇਂਜ ਓਇਲ ਦੀ। ਹੁਣ ਮੈਂ ਇੱਥੇ ਲਿਖਤਾ ਵੀ ਓਵਰ ਕੰਜ਼ਪਸ਼ਨ ਆਫ ਨੈਚੁਰਲ ਰਿਸੋਰਸਿਸ ਨਾਲ ਸਾਰਿਆਂ ਨਾਲੋਂ ਵੱਡੀ ਪ੍ਰੋਬਲਮ ਜਿਹੜੀ ਅਰਾਈਜ਼ ਹੋਈ ਆ ਉਹ ਕੀ ਆ, ਚੇਂਜਿੰਗ ਕਲਾਈਮੇਟ ਪੈਟਰਨ। ਉੱਥੇ ਮੈਂ ਲਿਖਤਾ ਸੀ ਕਲਾਈਮੇਟ ਚੇਂਜ, ਤੇ ਉਸੇ ਹੀ ਚੀਜ਼ ਨੂੰ ਮੈਂ ਯੂਜ਼ ਕਰਕੇ ਇੱਥੇ ਲਿਖਤਾ ਚੇਂਜਿੰਗ ਕਲਾਈਮੇਟ ਪੈਟਰਨ, ਠੀਕ ਹੈ। ਹੁਣ ਮੈਂ ਇਹਨੂੰ ਕਰੂੰਗਾ ਐਕਸਪਲੇਨ, ਠੀਕ ਹੈ। ਤੁਸੀਂ ਇਹਨੂੰ ਟੂ ਐਕਸਪਲੇਨ ਜਾਂ ਇਨ ਅਦਰ ਵਰਡਸ, ਇਹ ਕਨੈਕਟਰ ਨੇ। ਕਨੈਕਟਰ ਮਤਲਬ ਆਪਣੇ ਜਿਹੜੇ LR ਰਿਸੋਰਸਿਸ ਦੇ ਵਿੱਚ ਆਉਂਦੇ ਨੇ, ਉਹ ਤੁਹਾਨੂੰ ਬੈਂਡ ਇਨਹੈਂਸ ਕਰਨੀ। ਸੋ ਇਨ ਅਦਰ ਵਰਡਸ ਤੋਂ ਬਾਅਦ ਵੀ ਕੋਮਾ, ਹਰ ਕਨੈਕਟਰ ਤੋਂ ਬਾਅਦ ਕੋਮਾ ਆਉਣਾ, ਬਸ ਇੰਨਾ ਧਿਆਨ ਰੱਖ ਲਿਓ। ਹੁਣ ਮੈਂ ਇਹਨੂੰ ਐਕਸਪਲੇਨ ਕਿਹਨੂੰ ਕਰਨ ਲੱਗਾ, ਚੇਂਜਿੰਗ ਕਲਾਈਮੇਟ ਪੈਟਰਨ ਨੂੰ, ਵੀ ਕਿਵੇਂ ਕਲਾਈਮੇਟ ਚੇਂਜ ਪੈਟਰਨ ਚੇਂਜ ਹੁੰਦਾ ਵਾ ਓਇਲ ਦੀ ਓਵਰ ਕੰਜ਼ਪਸ਼ਨ ਨਾਲ, ਠੀਕ ਹੈ ਜੀ। ਮੈਂ ਲਿਖਦਾ ਨੋਨ ਰੀਨਿਊਏਬਲ ਰਿਸੋਰਸਿਸ ਆਫ ਐਨਰਜੀ, ਵੀ ਜਿਹੜੇ ਨੋਨ ਰੀਨਿਊਏਬਲ ਸੋਰਸਿਸ ਆਫ ਐਨਰਜੀ ਕਿਹੜੇ, ਸਚ ਐਜ਼ ਓਇਲ, ਵੀ ਓਇਲ ਨਾਲ
cause air pollution. Air pollution ਹੁੰਦਾ because burning of such fossil fuels emits pestiferious gases. Pestiferious ਮਤਲਬ harmful gases ਇਹਨਾਂ ਦੇ ਵਿੱਚੋਂ emit ਹੁੰਦੀਆਂ ਨੇ, ਜਿਹਦੇ ਨਾਲ ਕੀ ਹੁੰਦਾ owing to ਮਤਲਬ due to which quality of air deteriorate. ਕੁਆਲਿਟੀ ਆਫ 에ਅਰ ਕੀ ਡੈਟਰੀਓਰੇਟ ਮਤਲਬ ਘਟ ਰਹੀ ਆ 에ਅਰ ਦੀ ਕੁਆਲਿਟੀ। ਦੇਖੋ ਮੈਂ ਕਿਹਾ ਵੀ ਕਲਾਈਮੇਟ ਚੇਂਜ ਹੁੰਦਾ ਵਾ ਓਵਰ ਕੰਜ਼ਪਸ਼ਨ ਨਾਲ ਆਇਲ ਦੀ ਨਾਲ, ਫਿਰ ਮੈਂ ਇਹਨੂੰ ਐਕਸਪਲੇਨ ਕਿਵੇਂ ਕੀਤਾ, ਕਿਵੇਂ ਕਲਾਈਮੇਟ ਚੇਂਜ ਹੁੰਦਾ ਵੀ ਜਿਹੜੇ ਮਤਲਬ ਆਇਲ ਤੇ ਜਾਂ ਕੋਈ ਵੀ ਡੀਜ਼ਲ ਆ ਆਇਲ ਆ ਉਹਨੂੰ ਜਦੋਂ ਆਪਾਂ ਯੂਜ਼ ਕਰਦੇ ਆ ਉਹਦੇ ਚੋਂ ਹਾਰਮਫੁਲ ਗੈਸਿਸ ਐਮਿਟ ਹੁੰਦੀਆਂ ਨੇ। ਹਾਰਮਫੁਲ ਗੈਸਿਸ ਨੂੰ ਆਪਾਂ ਲਿਖਤਾ ਪੈਸਟੀਫਿਊਰੀਅਸ ਗੈਸਿਸ, ਜਿਹਦੇ ਨਾਲ ਕੀ ਹੁੰਦਾ ਕੁਆਲਿਟੀ ਆਫ 에ਅਰ ਡੈਟਰੀਓਰੇਟਸ ਘਟਦੀ ਆ। ਹੁਣ ਦੇਖੋ ਇੱਥੇ ਦੋ ਗੱਲਾਂ ਮੈਂ ਕਰਤੀਆਂ, ਇੱਕ ਤਾਂ ਮੈਂ ਉਹਨੂੰ ਕਰਤਾ ਐਕਸਪਲੇਨ ਵੀ ਜਿਹੜੇ ਨੋਨ ਰੀਨਿਊਏਬਲ ਸੋਰਸਿਸ ਨੇ એનર્ਜੀ ਦੇ ਉਹਦੇ ਨਾਲ 에ਅਰ ਪੋਲਿਊਸ਼ਨ ਹੁੰਦਾ ਵਾ। ਕਿਉਂ ਹੁੰਦਾ ਵਾ? ਕਿਉਂਕਿ ਜਿਹੜੇ ਆ ਫੋਸਿਲ ਫਿਊਲ ਜਿਹੜੇ ਜਦੋਂ ਬਰਨ ਹੁੰਦੇ ਆ ਐਮਿਟ ਕਰਦੇ ਆ ਫੋਸਿਲ ਫਿਊਲ ਇਹ ਪੈਸਟੀਫਿਊਰੀਅਸ ਗੈਸਿਸ ਦੀ ਹਾਰਮਫੁਲ ਗੈਸਿਸ ਇਹਨਾਂ ਚੋਂ ਨਿਕਲਦੀਆਂ। ਤੇ ਇਹਦੇ ਨਾਲ ਕੀ ਹੁੰਦਾ ਇਹਦਾ ਮੈਂ ਰਿਜ਼ਲਟ ਵੀ ਇਹਦੇ 'ਚ ਦੱਸਦਾ ਓਇੰਗ ਟੂ ਵਿਚ ਕੁਆਲਿਟੀ ਆਫ 에ਅਰ ਡੈਟਰੀਓਰੇਟ, ਮਤਲਬ ਮੈਂ ਐਕਸਪਲੇਨੇਸ਼ਨ ਦੇ ਰਿਜ਼ਲਟ ਇੱਕੋ ਲਾਈਨ 'ਚ ਦੱਸਦਾ। ਠੀਕ ਹੈ, ਟਾਸਕ ਸਟੇਟਮੈਂਟ ਮੈਂ ਆਪਾਂ ਉੱਪਰ ਲਿਖ ਲਈ। ਠੀਕ ਹੈ ਜੀ, ਐਕਸਪਲੇਨੇਸ਼ਨ ਮੈਂ ਦੱਸਤੀ ਵੀ ਇਹਦੇ 'ਚੋਂ ਜਿਹੜੇ ਜਦੋਂ ਆਪਾਂ ਇਹਨੂੰ ਬਰਨ ਕਰਦੇ ਹਾਂ ਤੇ ਇਹਦੇ 'ਚੋਂ ਕੀ ਹੁੰਦਾ ਵਾ 에ਅਰ ਪੋਲਿਊਸ਼ਨ ਹੁੰਦਾ ਵਾ, ਕਿਉਂਕਿ ਜਦੋਂ ਆਪਾਂ ਇਹਨੂੰ ਬਰਨ ਕਰਦੇ ਹਾਂ ਇਹਦੇ 'ਚੋਂ ਹਾਰਮਫੁਲ ਗੈਸਿਸ ਨਿਕਲਦੀਆਂ ਤੇ ਜਿਹਦੇ ਨਾਲ ਕੀ ਹੁੰਦਾ ਓਇੰਗ ਟੂ ਵਿੱਚ ਵੀ ਜਿਹਦੇ ਨਾਲ ਕੀ ਹੁੰਦਾ ਕੁਆਲਿਟੀ ਆਫ 에ਅਰ ਡੈਟਰੀਓਰੇਟ, ਵੀ ਜਿਹੜੀ ਉਹਦੀ 에ਅਰ ਦੀ ਕੁਆਲਿਟੀ ਆ ਉਹ ਘਟਦੀ ਆ। ਠੀਕ ਹੈ, ਆਪਾਂ ਇਹਦੇ 'ਚ ਰਿਜ਼ਲਟ ਵੀ ਦੱਸਤਾ, ਮਤਲਬ ਐਕਸਪਲੇਨੇਸ਼ਨ ਤੇ ਰਿਜ਼ਲਟ ਦੋਨੇ ਆਪਾਂ ਇੱਕ ਲਾਈਨ 'ਚ ਦੱਸਤੀ। ਐਕਸਪਲੇਨੇਸ਼ਨ ਐਸੇ ਤਰ੍ਹਾਂ ਦੀ ਹੋਣੀ ਚਾਹੀਦੀ ਆ ਸਿੰਗਲ ਲਾਈਨ ਹੋਵੇ ਤੇ ਤਿੰਨ ਮਤਲਬ ਸਿੰਗਲ ਲਾਈਨ ਦਾ ਮਤਲਬ ਇੱਕ ਕੰਪਲੈਕਸ ਸੈਂਟੈਂਸ ਹੋਵੇ ਤੇ ਉਹਦੇ 4-5 ਲਾਈਨਾਂ ਬਣ ਜਾਣ, ਮਤਲਬ ਇੱਕ ਲਾਈਨ ਹੀ ਆ, ਵੈਸੇ ਫੁੱਲ ਸਟਾਪ ਨਹੀਂ ਆਇਆ ਵਿੱਚ ਕਹਿਣ ਦਾ ਮਤਲਬ। ਠੀਕ ਹੈ, ਟਾਸਕ ਸਟੇਟਮੈਂਟ ਹੋ ਗਈ, ਐਕਸਪਲੇਨੇਸ਼ਨ ਹੋ ਗਈ, ਰਿਜ਼ਲਟ ਹੋ ਗਿਆ, ਰਹਿ ਗਿਆ ਉਹਦਾ ਐਗਜ਼ਾਮਪਲ। ਐਗਜ਼ਾਮਪਲ ਦੇਖਦੇ ਹਾਂ ਆਪਾਂ। ਟੂ ਐਗਜ਼ਾਮਪਲੀਫਾਈ the petrol and diesel used in automobiles release greenhouse gases which is leading to catastrophic effect like global warming। ਹੁਣ ਆਪਾਂ ਸਿੱਧਾ ਜੇ ਦੇਖੀਏ ਵੀ ਜੇ ਆਪਾਂ ਜ਼ਿਆਦਾ ਪੋਲਿਊਸ਼ਨ ਹੋਊਗਾ, ਜ਼ਿਆਦਾ ਹਾਰਮਫੁਲ ਗੈਸਿਸ 에ਅਰ ਦੇ ਵਿੱਚ ਮਿਕਸ ਹੋਣਗੀਆਂ, ਕੀ ਹੁੰਦਾ ਗਲੋਬਲ ਵਾਰਮਿੰਗ ਵੱਧਦੀ ਆ। ਆਪਣੇ ਐਟਮੋਸਫੇਅਰ ਵਾਸਤੇ ਇਹਦੇ ਇਫੈਕਟ ਜਿਹੜੇ ਹੋਣਗੇ ਉਹ ਕੈਟਾਸਟ੍ਰੋਫਿਕ ਹੋਣਗੇ ਜਾਂ ਐਡਵਰਸ ਹੋਣਗੇ, ਤੁਸੀਂ ਲਿਖ ਸਕਦੇ ਹੋ। ਸੋ ਇਹਦੇ ਐਗਜ਼ਾਮਪਲ 'ਚ ਆਪਾਂ ਲਿਖਤਾ ਵੀ ਪੈਟਰੋਲ ਐਂਡ ਡੀਜ਼ਲ ਯੂਜ਼ਡ ਇਨ ਆਟੋਮੋਬਾਈਲਸ ਰਿਲੀਜ਼ ਗ੍ਰੀਨ ਹਾਊਸ ਗੈਸਿਸ, ਵੀ ਇਹ ਜਿਹੜੇ ਆ ਇਹਦੇ 'ਚੋਂ CO2 ਜਿਹੜੀ ਆ ਉਹ ਗ੍ਰੀਨ ਹਾਊਸ ਹੁੰਦੀ ਆ, ਮਿਥੇਨ ਗ੍ਰੀਨ ਹਾਊਸ ਹੁੰਦੀ ਆ, ਵੀ ਇਹ ਕੀ ਰਿਲੀਜ਼ ਕਰਦੀਆਂ ਗ੍ਰੀਨ ਹਾਊਸ ਗੈਸਿਸ ਰਿਲੀਜ਼ ਕਰਦੀਆਂ ਵਿਚ ਇਜ਼ ਲੀਡਿੰਗ ਟੂ ਕੈਟਾਸਟ੍ਰੋਫਿਕ ਇਫੈਕਟਸ ਲਾਈਕ ਗਲੋਬਲ ਵਾਰਮਿੰਗ, ਜਿਨ੍ਹਾਂ ਨਾਲ ਗਲੋਬਲ ਵਾਰਮਿੰਗ ਹੁੰਦੀ ਆ, ਜਾਂ ਫਿਰ ਇਹ ਆਪਣੇ ਇਨਵਾਇਰਮੈਂਟ ਨੂੰ ਐਡਵਰਸਲੀ ਇਫੈਕਟ ਕਰਦੇ, ਤੁਸੀਂ ਐਵੇਂ ਵੀ ਲਿਖ ਸਕਦੇ ਹੋ। ਠੀਕ ਹੈ ਜੀ, ਹੁਣ ਚਾਰੇ ਚੀਜ਼ਾਂ ਆਪਾਂ ਇੱਥੇ ਵਿੱਚ ਪ੍ਰੋਪਰ ਜਿਹੜਾ ਸਟਰਕਚਰ ਸੀਗਾ ਉਹਦੇ ਅਕੋਰਡਿੰਗ ਆਪਾਂ ਚਾਰੇ ਚੀਜ਼ਾਂ ਇਹਦੇ ਵਿੱਚ ਲਿਖਤੀਆਂ। ਪਹਿਲੇ ਆਈਡੀਆ ਦੇ ਵਿੱਚ ਟਾਸਕ ਸਟੇਟਮੈਂਟ ਲਿਖਦੀ, ਐਕਸਪਲੇਨ, ਐਗਜ਼ਾਮਪਲ ਪਲੱਸ ਐਕਸਪਲੇਨੇਸ਼ਨ। ਠੀਕ ਹੈ ਜੀ, ਹੁਣ ਆਪਣਾ ਦੂਸਰਾ ਟਾਸਕ ਸਟੇਟਮੈਂਟ ਪਹਿਲੀ ਸੀਗੀ ਕਲਾਈਮੇਟ ਚੇਂਜ, ਦੂਸਰੀ ਸੀ ਆਪਣੀ ਵੀ ਜਿਹੜੇ ਐਕਸਟਿੰਕਸ਼ਨ ਤੇ ਪਹੁੰਚ ਜਾਂਦੀਆਂ ਉਹ ਫੋਰੈਸਟ ਨੂੰ ਓਵਰ ਯੂਜ਼ ਕਰਨ ਵਾਸਤੇ। ਹੁਣ ਉਹਨੂੰ ਆਪਾਂ ਵੇਖਦੇ ਹਾਂ ਜੀ, ਆ ਜਾਓ। ਠੀਕ ਹੈ, ਹੁਣ ਅਨਦਰ ਮੇਜਰ obstacle ਮਤਲਬ ਪ੍ਰੋਬਲਮ ਹੀ ਆ caused by this is declining number of specific species of plants and animals। plants ਤੇ animals ਦੀਆਂ ਕੁਛ ਜਿਹੜੀਆਂ ਇੰਪੋਰਟੈਂਟ ਸਪੀਸੀਜ਼ ਨੇ ਉਹ ਡਿਕਲਾਈਨ ਹੋ ਰਹੀਆਂ ਨੇ, ਉਹਦੇ 'ਚ ਆਪਾਂ ਲਿਖਿਆ ਸੀ ਵੀ ਐਕਸਟਿੰਕਸ਼ਨ ਹੋ ਰਹੀ ਆ। ਤੇ ਠੀਕ ਆ, ਜਦੋਂ ਆਪਾਂ ਥੀਸਿਸ ਸਟੇਟਮੈਂਟ 'ਚ ਲਿਖਿਆ ਸੀ ਉਸੇ ਹੀ ਚੀਜ਼ ਨੂੰ ਆਪਾਂ ਇੱਥੇ ਲਿਖਤਾ ਵੀ ਡਿਕਲਾਈਨ ਹੋ ਰਹੀਆਂ ਨੇ ਨੰਬਰ ਆਫ ਸਪੀਸੀਜ਼ ਪਲਾਂਟਸ ਤੇ ਐਨੀਮਲਸ ਦੀਆਂ। ਇਹ ਆਪਣੀ ਆ ਗਈ ਟਾਸਕ ਸਟੇਟਮੈਂਟ 2। ਹੁਣ ਆਪਾਂ ਕੀ ਲਿਖਣਾ, ਇਹਦੀ ਐਕਸਪਲੇਨੇਸ਼ਨ ਤੇ ਇਹਦਾ ਰਿਜ਼ਲਟ। ਠੀਕ ਆ, ਟੂ ਐਕਸਪਲੇਨ ਇਟ, ਇਹਨੂੰ ਐਕਸਪਲੇਨ ਕਰਦੇ ਹਾਂ ਵੀ ਕਿਸ ਤਰੀਕੇ ਨਾਲ ਡਿਕਲਾਈਨ ਹੋ ਰਹੀਆਂ ਨੇ, ਉਹਨੂੰ ਐਕਸਪਲੇਨ ਕਰਨ ਲੱਗੇ ਆਪਾਂ। ਹਿਊਮਨ ਬੀਇੰਗਸ ਆਰ ਐਕਸਪਲੋਇਟਿੰਗ, ਮਤਲਬ ਵੱਢ ਰਹੇ ਨੇ ਉਹਨਾਂ ਨੂੰ। ਠੀਕ ਆ, ਐਕਸਪਲੋਇਟਿੰਗ ਫੋਰੈਸਟ ਜਾਂ ਉਹਨਾਂ ਦਾ ਨਾਸ਼ ਕਰ ਰਹੇ ਨੇ। ਹਿਊਮਨ ਬੀਇੰਗਸ ਆਰ ਐਕਸਪਲੋਇਟਿੰਗ ਫੋਰੈਸਟ ਫॉर देयर ਲਗਜ਼ੂਰੀਅਸ ਲਾਈਫਸਟਾਈਲ, ਆਪਦੇ ਲਗਜ਼ੂਰੀਅਸ ਲਾਈਫਸਟਾਈਲ ਵਾਸਤੇ ਉਹ ਫੋਰੈਸਟ ਨੂੰ ਐਕਸਪਲੋਇਟ ਕਰ ਰਹੇ ਨੇ, ਵਿਚ ਡਿਸਟਰੋਏ ਦਾ ਹੈਬਿਟੇਟਸ ਆਫ ਮੈਨੀ ਔਰਗਨਿਜ਼ਮ, ਵੀ ਜਿਨ੍ਹਾਂ ਨਾਲ ਬਹੁਤ ਸਾਰੇ ਔਰਗਨਿਜ਼ਮ ਮਤਲਬ ਐਨੀਮਲਸ ਜਾਂ ਜਿਹੜੇ ਵੀ ਆ ਬਰਡਸ ਨੇ ਚਾਹੇ ਕੁਛ ਵੀ ਨੇ, ਉਹਨਾਂ ਦਾ ਘਰ ਉਹਨਾਂ ਤੋਂ ਡਿਸਟਰੋਏ ਹੋ ਰਿਹਾ ਨੇ। ਠੀਕ ਹੈ ਜੀ, ਵਿਚ ਡਿਸਟਰੋਏ ਦਾ ਹੈਬਿਟੇਟਸ ਆਫ ਮੈਨੀ ਔਰਗਨਿਜ਼ਮ,
ਐਜ਼ ਦੇ ਡੂ ਨੋਟ ਹੈਵ देयर ਸ਼ੈਲਟਰ, ਜਿਵੇਂ ਕਿ ਉਹਨਾਂ ਕੋਲ ਜੋ ਰਹਿਣ ਨੂੰ ਘਰ ਹੀ ਨਹੀਂ ਬਚੇਗਾ, ਤਾਂ ਐਨੀਮਲਸ ਐਂਡ ਬਰਡਸ ਹੈਵ ਲੋਸਟ देयर ਲੀਵਸ, ਜਿਹਦੇ ਕਰਕੇ ਕੀ ਹੋਊਗਾ, ਉਹ ਆਪਦੀ ਜਾਨ ਗਵਾ ਬੈਠਣਗੇ। ਮਤਲਬ ਐਕਸਪਲੇਨ ਪਲੱਸ ਰਿਜ਼ਲਟ ਆ ਗਿਆ। ਗੱਲ ਦੀ ਸਮਝ ਲੱਗੀ ਨਾ ਤੁਹਾਨੂੰ? ਗੱਲ ਤੁਹਾਨੂੰ ਜਮਾ ਕਲੀਅਰ ਹੋ ਚੁੱਕੀ ਹੈ ਇੱਥੇ ਵੀ ਆਪਣੀ ਟਾਸਕ ਸਟੇਟਮੈਂਟ ਕੀ ਸੀ, ਵੀ ਡਿਕਲਾਈਨ ਹੋ ਰਹੀਆਂ ਨੇ ਸਪੀਸੀਜ਼, ਤੇ ਉਹਨੂੰ ਕਿਵੇਂ ਡਿਕਲਾਈਨ ਹੋ ਰਹੀਆਂ ਨੇ, ਕਿਉਂਕਿ ਜਿਹੜੇ ਹਿਊਮਨ ਬੀਇੰਗਸ ਨੇ ਉਹ ਆਪਦੇ ਲਗਜ਼ੂਰੀਅਸ ਲਾਈਫ ਸਟਾਈਲ ਵਾਸਤੇ ਜਿਹੜੇ ਫੋਰੈਸਟ ਨੇ ਉਹਨਾਂ ਨੂੰ ਐਕਸਪਲੋਇਟ ਕਰ ਰਹੇ ਨੇ, ਜਿਹਦੇ ਨਾਲ ਕੀ ਹੋ ਰਿਹਾ, ਜਿਹਦੇ ਨਾਲ ਜਿਹੜੇ ਜੰਗਲ ਦੇ ਵਿੱਚ ਜਿੰਨੇ ਵੀ ਆਰਗੇਨਿਜ਼ਮ ਰਹਿੰਦੇ ਨੇ ਉਹਨਾਂ ਦਾ ਹੈਬਿਟੇਟ, ਉਹਨਾਂ ਦਾ ਘਰ ਕੀ ਹੋ ਰਿਹਾ ਨੇ, ਡਿਸਟਰੋਏ ਹੋ ਰਿਹਾ। ਠੀਕ ਹੈ ਜੀ। ਹੁਣ ਇਹਦਾ ਰਿਜ਼ਲਟ ਕੀ ਆਇਆ, ਇਹਦਾ ਰਿਜ਼ਲਟ ਕੀ ਆਇਆ, ਐਜ਼ ਦੇ ਡੂ ਨੋਟ ਹੈਵ देयर ਸ਼ੈਲਟਰ, ਜਿਵੇਂ ਕਿ ਉਹਨਾਂ ਕੋਲ ਰਹਿਣ ਲਈ ਘਰ ਹੀ ਨਹੀਂ ਬਚੂਗਾ, ਤੇ ਪਲਾਂਟਸ ਤੇ ਐਨੀਮਲ ਹੈਵ ਲੋਸਟ देयर ਲੀਵਸ, ਵੀ ਉਹ ਆਪਣੀ ਜਾਨ ਤੋਂ ਹੱਥ ਧੋ ਬਹਿਣਗੇ। ਇਹ ਤਾਂ ਸਿੰਪਲ ਆ, ਓਬਵੀਅਸ ਹੀ ਆ ਇਹ ਤਾਂ, ਵੀ ਜਦੋਂ ਘਰ ਹੀ ਨਹੀਂ ਹੋਊਗਾ ਤਾਂ ਆਪੇ ਆਪਣੀ ਜਾਨ ਤੋਂ ਹੱਥ ਧੋ ਹੀ ਬੈਠਣਗੇ। ठीक है जी। टास्क स्टेटमेंट आ गई, एक्सप्लेनेशन आ गया, रिजल्ट आ गया, रह गया एग्जाम्पल। फॉर इंस्टेंस पैसेंजर पीजन्स बिकम एक्सटिंक्ट ड्यू टू हैबिटेट लॉस, ਵੀ ਜਿਹੜੇ ਪੈਸੇਂਜਰ ਪੀਜਨਸ ਸੀਗੇ, ਆਪਾਂ ਵੇਖਦੇ ਹਾਂ ਅੱਗੇ ਕਿੰਨੇ ਕਬੂਤਰ ਹੁੰਦੇ ਸੀ, ਰੋਜ਼ ਆਪਾਂ ਉੱਠਦੇ ਸੀ ਜਾਂ ਕਿਤੇ ਵੀ ਜਾਂਦੇ ਸੀ, ਕਬੂਤਰ ਆਪਾਂ ਨੂੰ ਬਹੁਤ ਸਾਰੇ ਦੇਖਣ ਲਏ ਸੀ, ਪਰ ਅੱਜ ਕੱਲ੍ਹ ਆਪਾਂ ਉਵੇਂ ਵੀ ਦੇਖੀਏ ਤਾਂ ਚਿੜੀਆਂ ਵੀ ਬਹੁਤ ਹੁੰਦੀਆਂ ਸੀ। ਉਹ ਐਸੇ ਕਰਕੇ ਹੀ ਅੱਜ ਕੱਲ੍ਹ ਉਹ ਐਕਸਟਿੰਕਟ ਹੋ ਗਏ ਆ, ਕਿਉਂਕਿ ਉਹਨਾਂ ਕੋਲ ਆਪਦਾ ਹੈਬਿਟੇਟ ਨਹੀਂ ਰਿਹਾ, ਕਿਉਂਕਿ ਪਲਾਂਟਸ ਨਹੀਂ ਰਹੇ, ਕਿਉਂਕਿ ਫੋਰੈਸਟ ਨਹੀਂ ਰਹੇ, ਤੇ ਉਹਨਾਂ ਨੂੰ ਆਪਦੀ ਜਾਨ ਤੋਂ ਹੱਥ ਧੋਣਾ ਪੈਂਦਾ। ਠੀਕ ਹੈ ਜੀ। ਇਹ ਆਪਾਂ ਦੱਸਤੀਆਂ ਪ੍ਰੋਬਲਮਸ। ਹੁਣ ਆਪਾਂ ਗੱਲ ਕਰਾਂਗੇ ਉਹਦੇ ਸੋਲਿਊਸ਼ਨਸ ਨਾਲ। ਸੋਲਿਊਸ਼ਨਸ ਆਪਾਂ ਕਿਵੇਂ ਇਹਨਾਂ ਪ੍ਰੋਬਲਮਸ ਨੂੰ ਟੈਕਲ ਕਰ ਸਕਦੇ ਹਾਂ। ਠੀਕ ਹੈ ਜੀ। ਉਹ ਇੱਕ BP 'ਚ ਸੀਗੇ, ਆਪਣੇ ਦੋਨੋਂ ਟਾਸਕ ਸਟੇਟਮੈਂਟਸ ਸੀ ਜਿਹੜੀਆਂ ਪ੍ਰੋਬਲਮਸ ਦੋਨੋਂ ਇੱਕ BP 'ਚ ਸੀ, ਤੇ ਹੁਣ ਦੂਸਰੇ BP 'ਚ ਆਪਾਂ ਸੋਲਿਊਸ਼ਨਸ ਦੀ ਗੱਲ ਕਰਾਂਗੇ। ठीक है जी। टू टैकल दिस इज कनैक्टर, कनैक्टर तो बाद हमेशा कोमा। टू टैकल दिस, इनू टैकल करने वास्ते इंडिविजुअल्स शुड, ਹੁਣ ਦੇਖੋ ਇੱਥੇ ਆਪਾਂ ਇੱਕ ਤਰ੍ਹਾਂ ਦੀ ਸਲਾਹ ਦਿੰਨੇ ਪਏ ਆ ਵੀ ਕਿਸ ਤਰੀਕੇ ਨਾਲ ਇਹਨੂੰ ਟੈਕਲ ਕਰ ਸਕਦੇ। ਸੋ ਸ਼ੁੱਡ ਸਲਾਹ ਦੇਣ ਲਈ ਆਪਾਂ ਕੀ ਯੂਜ਼ ਕਰਦੇ ਆ, ਮੋਡਾਲਸ ਸ਼ੁੱਡ, ਵੀ ਕਰਨਾ ਚਾਹੀਦਾ। ਇੰਡੀਵਿਜੂਅਲਸ ਸ਼ੁੱਡ run their vehicles on natural gases instead of petrol and diesel। ਦੇਖੋ ਪਹਿਲਾਂ ਆਇਲ ਦੀ ਪ੍ਰੋਬਲਮ ਸੀਗੀ, ਵੀ ਆਇਲ ਜ਼ਿਆਦਾ ਓਵਰ ਯੂਜ਼ ਹੁੰਦਾ ਸੀ ਤਾਂ ਪੋਲਿਊਸ਼ਨ ਹੁੰਦਾ ਸੀ। ਹੁਣ ਆਇਲ ਦੀ ਪ੍ਰੋਬਲਮ ਨੂੰ ਸੋਲਵ ਕਰਨ ਵਾਸਤੇ ਉਹ ਕੀ ਕਹਿ ਰਹੇ ਨੇ, ਵੀ ਆਪਾਂ ਨੂੰ ਨੈਚੁਰਲ ਗੈਸ ਵਾਲੇ ਵਹੀਕਲਸ ਯੂਜ਼ ਕਰਨੇ ਚਾਹੀਦੇ, ਜਿਵੇਂ ਕਿ CNG। ਓਕੇ। इंडिविजुअल शुड रन देयर व्हीकल्स ऑन नैचुरल गैस इंस्टेड ऑफ पेट्रोल एंड डीजल। डीजल ते पेट्रोल आने की बजाय उन्होंने नैचुरल गैस वाले यूज करने चाहिए, बिकॉज इट इज़ इको फ्रेंडली एंड ओनरशिप ऑफ कार्स शुड ऑल्सो बी रिस्ट्रिक्टेड बाय लीगल अथॉरिटीज टू लिमिट द यूज ऑफ ऑयल। एक तो उन्हें कहता दो ये सोल्यूशंस देते ऑयल के। पहला सोल्यूशन देता भी उन्होंने नैचुरल गैस वाले व्हीकल्स यूज करने चाहिए। दूसरा उन्होंने कहता भी ओनरशिप ऑफ कार्स, जी कार का मालिकाना हक होंदा, दैट शुड बी रिस्ट्रिक्टेड, भी उन्होंने एक लिमिट तक रिस्ट्रिक्ट कर देना चाहिए गवर्नमेंट नूं, ताकि जिहड़ा ऑयल आ वो ज़्यादा यूज ना हो सके। हुण उही गल आ भी कार की ओनरशिप लिमिटेड लोगों नूं ही देनी चाहिए। मतलब एक फैमिली आ, मान लो हुण फैमिली दे विच आपां देखीए हर एक मैंबर को कार हुंदी है, लगभग वड्डे शहरां 'च ला लईए भावें किते भी ला लईए, वो कहंदे भी उहनूं आपां लिमिट कर दईए उहदी, भी एक फैमिली 'च एक ही कार होवे। सो ओबवियस है जे एक फैमिली 'च एक कार होगी तो ऑयल का यूज घट होगा, पोल्यूशन घट होगा। ठीक है। फॉर एग्जाम्पल दिल्ली गवर्नमेंट गिव प्रैफरेंस टू CNG बसिस। ठीक है। CNG बसिस नूं दिल्ली गवर्नमेंट ने अपने इंप्लीमेंट किया वा आपदी सिटी दे विच। एज ए रिजल्ट ए 20% डिक्लाइन वाज सीन इन द पोल्यूशन लेवल इन 2008। मतलब 2008 ਦੇ ਵਿੱਚ 20% डिक्लाइन देखने को मिला। ये ਉਹਦਾ ਦੱਸਤਾ ਆਪਾਂ एग्जाम्पल कोई भी किसी तरह का भी दे सकते हो। ठीक है जी। ऑयल का ਆਪਾਂ ਦੱਸਤਾ सोल्यूशन भी ਜਾਂ ਤਾਂ नैचुरल रिसोर्सिस वाले व्हीकल, नैचुरल गैस वाले व्हीकल यूज कर, ਜਾਂ ਫਿਰ ਕਾਰਾਂ ਦੀ ਜਿਹੜੀ ਓਨਰशिप ਆ ਉਹਨੂੰ ਲਿਮਿਟ कर देन ਉਹਦੀ। ठीक है जी। ਹੁਣ ਆਪਾਂ ਦੱਸਾਂਗੇ ਫੋਰੈਸਟ वाली प्रॉब्लम ਨੂੰ ਸੋਲਵ ਆਊਟ ਕਰਨ ਵਾਸਤੇ ਕੀ ਕਰ ਸਕਦੀ ਹੈ ਗਵਰਨਮੈਂਟ। ਮੋਰਓਵਰ मतलब कनैक्टर ਮੋਰਓਵਰ ਆ। ਦੂਸਰਾ ਆਪਾਂ ਇਹਦਾ मतलब ਇਹ ਵਾ ਐਗਜ਼ਾਮੀਨਰ ਨੂੰ ਪਤਾ ਲੱਗ ਜਾਊ ਆਪਣਾ ਨੈਕਸਟ ਸਟੱਡੀ ਆਉਣ ਲੱਗਾ। ਗਵਰਨਮੈਂਟ ਸ਼ੁੱਡ ਡੂ स्ट्रिक्ट ਮੋਨੀਟਰਿੰਗ ਆਫ ਲੌजिंग एक्टिविटीज। ठीक है जी। भी जी गवर्नमेंट आ वो रिस्ट्रिक्ट ਮੋਨੀਟਰਿੰਗ मतलब एक
पैनी निगाह रखे लॉगिंग एक्टिविटीज़, मतलब ਜਿਹੜੇ ਬੰਦੇ ਲੌਗਿੰਗ ਦਾ ਮਤਲਬ ਹੁੰਦਾ ਫੋਰੈਸਟ ਨੂੰ ਕੱਟ ਕੇ ਜਿਹੜੀ ਉਹਦੇ ਲੱਕੜਾਂ ਵੱਜਦੀਆਂ ਉਹਨੂੰ ਲੌਗਸ ਕਹਿੰਦੇ ਆ, ਉਹਨੂੰ ਲੌਗਿੰਗ ਐਕਟੀਵਿਟੀ, ਉਹਨੂੰ ਜਿਹੜੀ ਕੱਟ ਰਹੇ ਨੇ ਉਹਨਾਂ ਤੇ ਇੱਕ ਸਟ੍ਰਿਕਟ ਮੋਨੀਟਰਿੰਗ ਕਰੇ ਗਵਰਨਮੈਂਟ। ਐਂਡ ਪਲਾਂਟਿੰਗ ਆਫ ਟਰੀਜ਼ ਸ਼ੁੱਡ ਬੀ ਐਨਕਰੇਜ, ਤੇ ਪਲਾਂਟਿੰਗ ਨੂੰ ਐਨਕਰੇਜ ਕਰੇ। ਠੀਕ ਆ ਜੀ। ਹੁਣ ਵਾਰੀ ਆ ਰਹੀ ਆ ਕਨਕਲੂਜ਼ਨ ਦੀ। ਕਨਕਲੂਜ਼ਨ ਸਰ ਨੇ ਬੱਚੇ ਕੀ ਕਰਦੇ ਨੇ, ਕਨਕਲੂਜ਼ਨ ਤੇ ਜ਼ਿਆਦਾ ਧਿਆਨ ਨਹੀਂ ਦਿੰਦੇ, ਉਹ ਐਵੇਂ ਹੀ ਕੁਛ ਵੀ ਲਿਖ ਕੇ ਆ ਜਾਂਦੇ ਨੇ। ਕਨਕਲੂਜ਼ਨ ਕੀ ਹੁੰਦਾ, ਸਾਰੇ ਪੈਸੇਜ ਦਾ ਨਿਚੋੜ। ਠੀਕ ਹੈ ਜੀ। ਕਨਕਲੂਜ਼ਨ ਲਿਖਣ ਵਾਸਤੇ ਆਪਾਂ ਨੂੰ ਸਿਰਫ 2 ਜਾਂ 3 ਲਾਈਨਾਂ ਦੀ ਲੋੜ ਆ। ਇੱਕ ਕੰਪਲੈਕਸ ਸੈਂਟੈਂਸ ਆਲਦੋ ਯੈਟ ਵਾਲਾ ਲਿਖ ਦੋ, ਇਨਫ ਆ। ਪ੍ਰੋਬਲਮ ਸੋਲੂਸ਼ਨ ਲਈ ਪੋਜ਼ਿਟਿਵ ਨੈਗੇਟਿਵ ਲਈ ਐਡਵਾਂਟੇਜ ਡਿਸਐਡਵਾਂਟੇਜ ਲਈ ਆਲਦੋ ਐਂਡ ਯੈਟ ਦਾ ਸੈਂਟੈਂਸ ਬਹੁਤ ਜ਼ਿਆਦਾ ਵਧੀਆ ਤੇ ਬੈਂਡ ਇਨਹੈਂਸਰ ਪ੍ਰੂਵ ਹੁੰਦਾ। ਮੈਂ ਤੁਹਾਨੂੰ ਦੱਸਦਾ ਹਾਊ ਟੂ ਯੂਜ਼ ਆਲਦੋ ਐਂਡ ਯੈਟ in problem solution essay। देखो, to conclude, although, ठीक है, although the natural resources are using at large level, भी हालांकि natural resources use हो रहे हैं बहुत ज़्यादा level ਤੇ and they are declining, और ਉਹਦੇ ਨਾਲ ਮਤਲਬ ਉੱਤੇ ਉਹ ਘਟ ਰਹੇ ਨੇ। ਠੀਕ ਆ। although the natural resources are using at large level and they are declining, ਹਾਲਾਂਕਿ natural resources ਹੱਦ ਤੋਂ ਵੱਧ ਯੂਜ਼ ਹੋ ਰਹੇ ਨੇ ਤੇ ਉਹ ਘਟ ਵੀ ਰਹੇ ਨੇ। ਯੈਟ ਆ ਗਿਆ ਇੱਥੇ, ਯੈਟ ਤੇ ਅੱਗੇ ਕੋਮਾ। ਠੀਕ ਆ, ਕੋਮਾ ਹੋਣਾ ਸੀ। ਯੈਟ देयर आर some solutions, ਫਿਰ ਵੀ ਇਹਦੇ ਕੁਝ ਸੋਲਿਊਸ਼ਨਸ ਹੈਗੇ ਨੇ ਵਿਚ ਵਰਕਸ ਐਫੀਸ਼ੀਐਂਟਲੀ, ਜੋ ਕਿ ਬਹੁਤ ਅੱਛੇ ਤਰੀਕੇ ਨਾਲ ਵਰਕ ਕਰ ਸਕਦੇ ਨੇ ਫॉर ਸੇਵਿੰਗ ਦਾ ਲਿਮਿਟਡ ਨੈਚੁਰਲ ਰਿਸੋਰਸਿਸ ਸਚ ਐਜ਼ ਆਇਲ ਐਂਡ ਟਰੀ, ਵੀ ਜਿਹੜੇ ਕਿ ਆਪਣੇ ਨੈਚੁਰਲ ਰਿਸੋਰਸਿਸ ਨੂੰ ਸੇਵ ਕਰਨ ਵਾਸਤੇ, ਆਇਲ ਤੇ ਟਰੀਜ਼ ਨੂੰ ਸੇਵ ਕਰਨ ਵਾਸਤੇ ਬਹੁਤ ਐਫੀਸ਼ੀਐਂਟਲੀ ਵਰਕ ਕਰ ਸਕਦੇ ਨੇ। ਠੀਕ ਹੈ ਵੀ ਆਲਦੋ ਲਿਖਣਾ, ਆਲਦੋ ਦਾ ਨੈਚੁਰਲ ਰਿਸੋਰਸਿਸ are using at large level and they are declining, yet there are some solutions which work efficiently for saving limited natural resources such as oil and tree। ਠੀਕ ਹੈ ਜੀ। ਆਲਦੋ ਤੇ yet ਨਾਲ ਆਪਣਾ ਕੰਪਲੀਟ ਕਨਕਲੂਜ਼ਨ ਹੋ ਜਾਂਦਾ ਵੀ ਆਲਦੋ ਇਸ ਚੀਜ਼ ਦੇ ਨੈਗੇਟਿਵਸ ਹੈਗੇ ਨੇ, yet ਆਪਾਂ ਫਿਰ ਵੀ ਉਹਨਾਂ ਨੈਗੇਟਿਵਸ ਨੂੰ ਇਸ ਤਰ੍ਹਾਂ ਸੋਲਵ ਆਊਟ ਕਰ ਸਕਦੇ ਹਾਂ। ਬਸ ਇਨਫ ਆ। ਸੋ ਇਸ ਤਰੀਕੇ ਨਾਲ ਕਨਕਲੂਜ਼ਨ ਲਿਖਿਓ, ਜਮਾਂ ਸਿੰਪਲ ਤੇ ਐਗਜ਼ਾਮੀਨਰ ਨੂੰ ਜਲਦੀ ਸਮਝ ਆਉਣ ਵਾਲਾ। ਤੁਸੀਂ ਇਹਨੂੰ ਐਪਲੀਕੇਬਲ ਜਾਂ ਇੰਪਲੀਮੈਂਟ ਕਰਕੇ ਦੇਖਿਓ ਆਪਦੇ ਰਾਈਟਿੰਗ ਟਾਸਕ 2 ਦੇ ਵਿੱਚ, ਚਾਹੇ ਆਪਣੇ ਇੰਸਟੀਚਿਊਟ 'ਚ ਚਾਹੇ ਆਪਣੇ ਐਗਜ਼ਾਮ 'ਚ। ਆਪਾਂ ਵਧੀਆ ਗਰੰਟੀ ਨਾਲ ਕਹਿੰਦੇ ਨੇ ਤੁਹਾਡੇ ਬੈਂਡ ਬਹੁਤ ਇਨਕਰੀਜ਼ ਹੋ ਜਾਣਗੇ। ਸੋ ਇਸ ਤਰੀਕੇ ਨਾਲ ਯੂਜ਼ ਕਰੋ, ਇਸ ਤਰੀਕੇ ਨਾਲ ਸਟਰਕਚਰ ਬਣਾਓ, ਪਲੈਨਿੰਗ ਕਰੋ ਤੇ ਆਪਣਾ ਰਾਈਟਿੰਗ ਦਾ ਟਾਸਕ 2 ਐਸੇ ਵਧੀਆ ਕਰਿਓ। ਸੋ ਜੇ ਵੀਡੀਓ ਵਧੀਆ ਲੱਗੀ ਹੋਵੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਿਓ ਤੇ ਸ਼ੇਅਰ ਵੀ ਜ਼ਰੂਰ ਕਰਿਓ। ਥੈਂਕ ਯੂ।